Welcome dear students. Today is our topic, geography's topic, location and physical features of India. Another name, India is a subcontinent. ਹਾਂਜੀ ਪਿਆਰੇ ਵਿਦਿਆਰਥੀਓ, ਆਪਾਂ ਇਸ ਟੌਪਿਕ ਦੇ ਵਿੱਚ ਜਿਹੜੇ ਟੌਪ 40 to 50 MCQs ਨੇ ਉਹ ਡਿਸਕਸ ਕਰਾਂਗੇ। ਠੀਕ ਹੈ, ਇੰਗਲਿਸ਼ ਦੇ ਵਿੱਚ ਇਹ ਵੀਡੀਓ ਹੈਗੀ, ਬਟ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਉਹ ਕੁਐਸਚਨ ਦੱਸੇ ਜਾਣ। So let's start exercise 1. First question is, which line divides India into equal parts? ਉਹ ਕਿਹੜੀ ਲਾਈਨ ਹੈ ਜਿਹੜੀ ਭਾਰਤ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ? ਹਾਂਜੀ, ਟ੍ਰੋਪਿਕ ਆਫ ਕੈਂਸਰ, ਟ੍ਰੋਪਿਕਸ ਆਫ ਕੈਪਰੀਕੌਨ, ਇਕੁਏਟਰ, ਆਰਕਟਿਕ ਸਰਕਲ। ਹਾਂਜੀ, ਤਾਂ ਉਹ ਕਿਹੜੀ ਲਾਈਨ ਹੈਗੀ? ਉਹ ਹੈ ਟ੍ਰੋਪਿਕ ਆਫ ਕੈਂਸਰ। ਠੀਕ ਹੈ, 23 1/2 north. Second question, ਆਪਾਂ कहते हैं कर्क रेखा, the tropic of cancer means कर्क रेखा. Second question, find out the southern point which got submerged in tsunami 2004. ਠੀਕ ਹੈ, ਉਹ ਭਾਰਤ ਦਾ ਦੱਖਣੀ ਜਿਹੜਾ ਬਿੰਦੂ ਹੈਗਾ ਆਪਾਂ ਦੱਸਣਾ ਹੈਗਾ ਜਿਹੜਾ 2000 ਦੀ ਸੁਨਾਮੀ ਦੇ ਵਿੱਚ ਜਲਮਗਨ ਹੋ ਗਿਆ। ਹਾਂਜੀ, ਤਾਂ ਦੇਖੋ ਸਾਊਥਰਨ ਪੁਆਇੰਟ ਤੋਂ ਸਾਨੂੰ ਪਤਾ ਲੱਗ ਜਾਏਗਾ ਕਿਹੜਾ ਹੈਗਾ ਉਹ, ਤਾਂ ਉਹ ਹੈ ਬੇਟਾ ਇੰਦਰਾ ਪੁਆਇੰਟ। ਠੀਕ ਹੈ, ਜੋ ਗ੍ਰੇਟ ਨਿਕੋਬਾਰ ਦੇ ਲਾਗੇ ਹੈਗਾ, ਅੰਡੇਮਾਨ ਨਿਕੋਬਾਰ ਹੈ ਨਾ, ਬੇ ਆਫ ਬੰਗਾਲ ਦੇ ਵਿੱਚ, ਤਾਂ ਉੱਥੇ ਇੱਕ ਪੁਆਇੰਟ ਹੈਗਾ ਸਾਊਥਰਨ ਪੁਆਇੰਟ, ਇੰਦਰਾ ਪੁਆਇੰਟ। ਠੀਕ ਹੈ, ਉਹ 2004 ਦੇ ਵਿੱਚ ਜਲਮਗਨ ਹੋ ਗਿਆ ਸੀ। ਕੁਐਸਚਨ ਥਰਡ, ਵਿਚ ਇਜ਼ ਦਾ ਟੋਟਲ ਜਿਓਗ੍ਰਾਫੀਕਲ ਏਰੀਆ ਆਫ ਇੰਡੀਆ? ਭਾਰਤ ਦਾ ਜਿਹੜਾ ਕੁੱਲ ਜਿਓਗ੍ਰਾਫੀਕਲ ਏਰੀਆ ਹੈਗਾ ਉਹ ਕਿੰਨਾ ਗਾ, ਭੂਗੋਲਿਕ ਖੇਤਰ ਕਿੰਨਾ ਹੈ ਭਾਰਤ ਦਾ? ਹਾਂਜੀ, ਤਾਂ ਇਹਦੇ ਲਈ ਜਿਹੜੀ ਫਸਟ ਆਪਸ਼ਨ ਹੈ ਬੇਟਾ ਉਹ ਕਰੈਕਟ ਹੈਗੀ 3.28 ਮਿਲੀਅਨ ਸਕੁਏਅਰ ਕਿਲੋਮੀਟਰਸ। ਠੀਕ ਹੈ, ਐਗਜ਼ੈਕਟ ਫਿਗਰ ਆਪਾਂ ਕਰ ਲੈਂਦੇ ਹੈਗੇ। ਠੀਕ ਹੈ, 32,87,263 ਸਕੁਏਅਰ ਕਿਲੋਮੀਟਰ। ਠੀਕ ਹੈ, ਜਦੋਂ ਆਪਾਂ 32 ਨੂੰ ਲਿਖਾਂਗੇ ਤਾਂ ਆਪਾਂ ਇਹਨੂੰ ਅਸੀਂ ਲਿਖ ਸਕਦੇ ਹਾਂਗੇ 3.28 ਮਿਲੀਅਨ ਸਕੁਏਅਰ ਕਿਲੋਮੀਟਰ। ਕੁਐਸਚਨ ਨੰਬਰ 4, ਵਿਚ ਵਾਟਰ ਬੋਡੀਜ਼ ਸਰਾਊਂਡ ਦਾ ਇੰਡੀਆ? ਹਾਂਜੀ, ਉਹ ਕਿਹੜੇ ਜਲ ਸਰੋਤ ਹੈਗੇ ਜਿਹੜੇ ਭਾਰਤ ਦੇ ਆਲੇ ਦੁਆਲੇ ਜਿਨ੍ਹਾਂ ਨੇ ਭਾਰਤ ਨੂੰ ਘੇਰਿਆ ਹੈਗਾ? ਦੇਖੋ, ਈਸਟ ਬੇ ਆਫ ਬੰਗਾਲ, ਪੂਰਬ ਵਾਲੀ ਸਾਈਡ 'ਤੇ ਬੰਗਾਲ ਦੀ ਖਾੜੀ, ਵੈਸਟ ਅਰਬਨ ਸੀ, ਪੱਛਮੀ ਸਾਈਡ 'ਤੇ ਅਰਬ ਸਾਗਰ, ਸਾਊਥ ਇੰਡੀਅਨ ਓਸ਼ਨ, ਸਾਊਥ ਜਿਹੜਾ ਦੱਖਣੀ ਭਾਗ ਹੈਗਾ ਉੱਥੇ ਹਿੰਦ ਮਹਾਸਾਗਰ ਹੈਗਾ। ਤਾਂ ਇਹਦੇ ਲਈ ਬੇਟਾ ਜਿਹੜੀ ਸਾਡੀ ਡੀ ਆਪਸ਼ਨ ਹੈਗੀ, ਫੋਰਥ ਆਪਸ਼ਨ ਹੈ, ਉਹ ਅੱਜ ਕੀ ਆਲ ਆਫ ਦਾ ਅਬਵ। ਇਹਨਾਂ ਤਿੰਨਾਂ ਨੇ ਹੀ ਭਾਰਤ ਨੂੰ ਤਾਂ ਘੇਰਿਆ ਹੋਏਗਾ। ਠੀਕ ਹੈ, ਪੂਰਬ, ਪੱਛਮ ਔਰ ਦੱਖਣ ਦੀ ਸਾਈਡ ਤੋਂ। ਕੁਐਸਚਨ ਨੰਬਰ 5, ਵਿਚ ਇਜ਼ ਦਾ 7th ਲਾਰਜੈਸਟ ਕੰਟਰੀ ਆਫ ਦਾ ਵਰਲਡ? ਹਾਂਜੀ, ਸੰਸਾਰ ਦਾ ਸਭ ਤੋਂ ਵੱਡਾ ਜਿਹੜਾ 7ਵਾਂ ਦੇਸ਼ ਹੈਗਾ। ਠੀਕ ਹੈ, ਲਾਰਜੈਸਟ 7ਵਾਂ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਖੇਤਰਫਲ ਕੋ ਪੁੱਛ ਰਹੇ ਥੇ। ਹਾਂਜੀ ਬੇਟਾ, ਕਿਹੜਾ ਹੈ? ਇੰਡੀਆ। ਠੀਕ ਹੈ, ਸਾਡਾ ਭਾਰਤ ਜਿਹੜਾ ਹੈਗਾ ਉਹ ਖੇਤਰਫਲ ਪੱਖੋਂ ਕਿੰਨਵੇਂ ਨੰਬਰ 'ਤੇ ਹੈਗਾ? 7ਵੇਂ ਨੰਬਰ 'ਤੇ। ਕੁਐਸਚਨ ਨੰਬਰ 6, ਵਿਚ ਕੈਨਲ ਹੈਜ਼ ਰਿਡਿਊਸ ਦਾ ਡਿਸਟੈਂਸ ਬਿਟਵੀਨ ਯੂਰਪ ਐਂਡ ਇੰਡੀਆ? ਠੀਕ ਹੈ, ਉਹ ਕਿਹੜੀ ਨਦੀ ਸੀ ਜਿਸ ਨੇ ਭਾਰਤ ਅਤੇ ਯੂਰਪ ਦੇ ਵਿਚਕਾਰ ਜਿਹੜੀ ਦੂਰੀ ਸੀ ਉਸ ਨੂੰ ਘਟਾ ਦਿੱਤਾ? ਹਾਂਜੀ ਬੇਟਾ, ਕਿਹੜੀ ਸੀ ਉਹ? ਹਾਂਜੀ ਬੇਟਾ, ਕੀ ਨਾਮ ਉਹਦਾ? ਸੁਏਜ਼ ਕੈਨਲ, ਸੁਏਜ਼ ਨਹਿਰ ਬੋਲ ਦਿੰਦੇ ਨੇ ਇਹਨੂੰ। ਠੀਕ ਹੈ, ਤਾਂ ਇਹ ਜਿਹੜੀ ਸੁਏਜ਼ ਨਹਿਰ ਸੀ ਉਸ ਨੇ ਯੂਰਪ ਅਤੇ ਭਾਰਤ ਦੇ ਵਿਚਕਾਰ ਜਿਹੜੀ ਡਿਸਟੈਂਸ ਸੀ, ਦੂਰੀ ਸੀ, ਉਹ ਘਟਾ ਦਿੱਤੀ। ਕੁਐਸਚਨ ਨੰਬਰ 7, ਵਿਚ ਪਲੇਸ ਇਜ਼ ਸਿਚੁਏਟਡ ਔਨ 3 ਸੀਜ਼? ਠੀਕ ਹੈ, ਕਿਹੜਾ ਸਥਾਨ ਹੈ ਜੋ 3 ਸਮੁੰਦਰਾਂ ਦੇ ਨਾਲ ਜਾਂ 3 ਸਮੁੰਦਰਾਂ ਦੇ ਉੱਪਰ ਸਥਿਤ ਹੈ? ਹਾਂਜੀ ਬੇਟਾ, ਤਾਂ ਕਿਹੜਾ ਆ ਜਾਏਗਾ? ਕੰਨਿਆ ਕੁਮਾਰੀ। ਠੀਕ ਹੈ,
ਦੇਖੋ ਜਿਹੜਾ ਕੰਨਿਆ ਕੁਮਾਰੀ ਹੈਗੀ ਉਹ ਭਾਰਤ ਦੀ ਇਸ ਤਰੀਕੇ ਦੀ ਜਿਹੜੀ ਸ਼ਕਲ ਹੈਗੀ ਇੱਥੇ ਜੇ ਸਥਿਤ ਹੈ। ਤਾਂ ਦੇਖੋ ਉਹਨੂੰ ਰਾਈਟ ਸਾਈਡ ਤੋਂ ਬੇ ਆਫ ਬੰਗਾਲ ਨੇ ਵੀ ਘੇਰਿਆ ਹੈਗਾ, ਲੈਫਟ ਸਾਈਡ ਤੋਂ ਅਰੇਬੀਅਨ ਸੀ ਨੇ ਵੀ ਘੇਰਿਆ ਹੈਗਾ, ਠੀਕ ਹੈ, ਅਤੇ ਬੋਟਮ ਦੇ ਉੱਪਰ ਉਹਦੇ ਹਿੰਦ ਮਹਾਸਾਗਰ ਹੈਗਾ ਨਾ, ਠੀਕ ਹੈ। ਰਾਈਟ ਸਾਈਡ 'ਤੇ ਬੇ ਆਫ ਬੰਗਾਲ, ਲੈਫਟ ਸਾਈਡ 'ਤੇ ਅਰੇਬੀਅਨ ਸੀ ਐਂਡ ਬੋਟਮ ਦੇ ਉੱਪਰ ਜਿਹੜਾ ਇੰਡੀਅਨ ਓਸ਼ਨ ਹੈਗਾ ਇਹਨਾਂ ਨੇ ਘੇਰਿਆ ਹੈਗਾ। ਤਾਂ ਬੇਟਾ ਕਿਹੜਾ ਪੁਆਇੰਟ ਸੀ ਉਹ ਪੁਆਇੰਟ ਸੀ ਕੰਨਿਆ ਕੁਮਾਰੀ, ਠੀਕ ਹੈ। 3 ਸੀਜ਼ ਦੇਖੋ 3 ਸਮੁੰਦਰ, ਬੰਗਾਲ ਦੀ ਖਾੜੀ, ਅਰਬ ਸਾਗਰ ਔਰ ਹਿੰਦ ਮਹਾਸਾਗਰ। ਹਾਂਜੀ ਬੇਟਾ ਕੁਐਸਚਨ ਨੰਬਰ 8, ਹਾਊ ਮੈਨੀ ਸਟੇਟਸ ਐਂਡ ਯੂਨੀਅਨ ਟੈਰੇਟਰੀਜ਼ ਆਰ ਦੇਅਰ ਇਨ ਇੰਡੀਆ, ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਹਾਊ ਮੈਨੀ ਸਟੇਟਸ ਇਨ ਇੰਡੀਆ, ਹਾਂਜੀ ਬੇਟਾ ਹਾਊ ਮੈਨੀ ਸਟੇਟਸ ਇਨ ਇੰਡੀਆ 28। ਹਾਊ ਮੈਨੀ ਯੂਨੀਅਨ ਟੈਰੇਟਰੀਜ਼ ਇਨ ਇੰਡੀਆ 8, ਠੀਕ ਹੈ। ਸਟਾਰਟਿੰਗ ਦੇ ਵਿੱਚ 7 ਸੀ, ਦੈਨ ਜੰਮੂ ਕਸ਼ਮੀਰ ਤੋਂ ਜਿਹੜਾ ਸਟੇਟ ਦਾ ਦਰਜਾ ਸੀ ਉਹ ਵਾਪਿਸ ਲੈ ਲਿਆ, ਅਤੇ ਜੰਮੂ ਕਸ਼ਮੀਰ ਦੇ ਵਿੱਚ 2 ਜਿਹੜੀਆਂ ਯੂਨੀਅਨ ਟੈਰੇਟਰੀਜ਼ ਸੀ ਉਹ ਬਣਾ ਦਿੱਤੀਆਂ ਗਈਆਂ, ਠੀਕ ਹੈ। ਫਸਟ ਲੱਦਾਖ, ਸੈਕਿੰਡ ਜੰਮੂ ਐਂਡ ਕਸ਼ਮੀਰ। ਬਟ ਬਾਅਦ ਦੇ ਵਿੱਚ ਦਮਨ ਐਂਡ ਦਿਊ ਐਂਡ ਦਾਦਰਾ ਐਂਡ ਨਗਰ ਹਵੇਲੀ, ਇਹਨਾਂ ਦੋਨਾਂ ਜਿਹੜੀਆਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸੀ, ਯੂਨੀਅਨ ਟੈਰੇਟਰੀ ਸੀ, ਇਹਨਾਂ ਨੂੰ ਮਰਜ ਕਰ ਦਿੱਤਾ ਗਿਆ ਅਤੇ ਦੋਨਾਂ ਨੂੰ ਇੱਕ ਬਣਾ ਦਿੱਤਾ ਗਿਆ। ਦੇਖੋ ਪਹਿਲਾਂ ਕਿੰਨੀਆਂ ਸੀ 7, 2 ਬਣ ਗਈਆਂ ਸੀ ਜੰਮੂ ਕਸ਼ਮੀਰ ਅਤੇ ਲੇਹ ਲਦਾਖ, ਕਿੰਨੀਆਂ ਹੋ ਗਈਆਂ 9। ਬਟ ਬਾਅਦ ਦੇ ਵਿੱਚ ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦਿਊ ਨੂੰ ਮਰਜ ਕਰਕੇ ਇੱਕ ਬਣਾਤਾ, ਯਾਨੀ ਹੁਣ 9 ਤੋਂ ਕਿੰਨੀਆਂ ਰਹੀਆਂ ਬੇਟਾ 8। ਹੁਣ ਸਾਡੇ ਕੋਲ ਯੂਟੀਜ਼ ਕਿੰਨੀਆਂ ਨੇ 8, ਸਟੇਟਸ ਕਿੰਨੀਆਂ ਹੈਗੇ 28। ਤਾਂ ਇਹਦੇ ਲਈ ਜਿਹੜੀ ਸਾਡੀ 4th ਆਪਸ਼ਨ ਹੈ ਉਹ ਕਰੈਕਟ ਆ ਜਾਏਗੀ, 28 ਸਟੇਟਸ ਐਂਡ 8 ਯੂਨੀਅਨ ਟੈਰੇਟਰੀਜ਼। ਹਾਂਜੀ ਬੇਟਾ ਕੁਐਸਚਨ ਨੰਬਰ 9, ਨੇਮ ਦਾ ਆਈਸਲੈਂਡ ਗਰੁੱਪਸ ਲਾਇੰਗ ਇਨ ਦਾ ਅਰੇਬੀਅਨ ਸੀ, ਠੀਕ ਹੈ, ਉਹ ਦੀਪ ਸਮੂਹ ਦੱਸਣਾਗਾ ਜੋ ਅਰਬ ਸਾਗਰ ਦੇ ਵਿੱਚ ਸਥਿਤ ਹੈ। ਹਾਂਜੀ ਬੇਟਾ ਤਾਂ ਕਿਹੜਾ ਜਗ੍ਹਾ, ਵੈਰੀ ਗੁੱਡ, ਕਿਹੜਾ ਜਗ੍ਹਾ ਲਕਸ਼ਦੀਪ ਆਈਲੈਂਡ, ਪੜ੍ਹਦੇ ਨਾ ਆਪਾਂ, ਲਕਸ਼ਦੀਪ ਦੀਪ ਸਮੂਹ ਅਰਬ ਸਾਗਰ ਦੇ ਵਿੱਚ ਸਥਿਤ ਹੈ। ਕੁਐਸਚਨ ਨੰਬਰ 10, which islands group of India lies to its southeast, ਹਾਂਜੀ ਬੇਟਾ ਉਹ ਕਿਹੜਾ ਹੈਗਾ ਦੀਪ ਹੈਗਾ, ਦੀਪ ਸਮੂਹ ਹੈ ਜੋ ਭਾਰਤ ਦੇ, ਠੀਕ ਹੈ, ਦੱਖਣ ਪੂਰਬ ਵਾਲੀ ਸਾਈਡ 'ਤੇ ਸਥਿਤ ਹੈ। ਹਾਂਜੀ ਬੇਟਾ ਕਿਹੜਾ ਜਗ੍ਹਾ ਉਹ, ਹਾਂਜੀ ਸ਼ਾਬਾਸ਼, ਅੰਡੇਮਾਨ ਐਂਡ ਨਿਕੋਬਾਰ, ਠੀਕ ਹੈ, ਬੇ ਆਫ ਬੰਗਾਲ ਦੇ ਵਿੱਚ ਸਥਿਤ ਹੈ ਨਾ ਅੰਡੇਮਾਨ ਨਿਕੋਬਾਰ, ਤਾਂ ਇਹ ਕਿਸ 'ਤੇ ਸਥਿਤ ਹੈਗਾ, ਸਾਊਥ ਈਸਟ ਦੇ ਉੱਪਰ। ਕੁਐਸਚਨ ਨੰਬਰ 11, ਵਿਚ ਆਈਸਲੈਂਡ ਕੰਟਰੀਜ਼ ਆਰ ਆਵਰ ਸਾਊਥਰਨ ਨਾਈਬਰਸ, ਹਾਂਜੀ ਬੇਟਾ ਉਹ ਕਿਹੜੇ ਜਿਹੜੇ ਦੀਪ ਕੰਟਰੀਜ਼ ਨੇ ਜਿਹੜੇ ਕਿ ਭਾਰਤ ਦੇ ਦੱਖਣੀ ਗੁਆਂਢੀ ਹੈਗੇ, ਠੀਕ ਹੈ, ਦੱਖਣ ਵਾਲੀ ਸਾਈਡ 'ਤੇ ਗੁਆਂਢੀ ਹੈਗੇ, ਤਾਂ ਉਹ ਕਿਹੜੇ ਆ ਜਾਣਗੇ ਬੇਟਾ, ਦੇਖੋ ਇਹਨਾਂ ਦੇ ਵਿੱਚੋਂ 4th ਆਪਸ਼ਨ ਇਹਦੇ ਲਈ ਕਰੈਕਟ ਹੈ, ਸ਼੍ਰੀਲੰਕਾ ਐਂਡ ਮਾਲਦੀਵਸ, ਠੀਕ ਹੈ। ਦੇਖੋ ਸ਼੍ਰੀਲੰਕਾ ਅਤੇ ਮਾਲਦੀਵ ਭਾਰਤ ਦੇ ਦੱਖਣ ਦੇ ਵਿੱਚ ਸਥਿਤ ਹੈਗੇ, ਠੀਕ ਹੈ, ਅਤੇ ਆਈਸਲੈਂਡ ਕੰਟਰੀਜ਼ ਨੇ। ਕੁਐਸਚਨ ਨੰਬਰ 12, ਵਿਚ ਆਫ ਦਾ ਫੋਲੋਇੰਗ ਕੰਟਰੀਜ਼ ਇਜ਼ ਆਰ ਲਾਰਜਰ ਦੈਨ ਇੰਡੀਆ, ਹਾਂਜੀ ਇਹ ਦੇਖਣਾ ਹੈਗਾ ਹੇਠਾਂ ਦੇ ਵਿੱਚੋਂ ਜੋ ਦੇਸ਼ ਦਿੱਤੇ ਹੈਗੇ ਉਹਨਾਂ ਦੇ ਵਿੱਚੋਂ ਭਾਰਤ ਨਾਲੋਂ ਕਿਹੜਾ ਵੱਡਾ ਹੈ ਜਾਂ ਕਿਹੜੇ ਵੱਡੇ ਹਨ। ਹਾਂਜੀ ਦੇਖੋ ਰਸ਼ੀਆ, ਕੈਨੇਡਾ ਔਰ ਚਾਈਨਾ, ਹਾਂਜੀ ਬੇਟਾ ਤਾਂ ਇਹਦੇ ਲਈ ਆਲ ਆਫ ਅਬਵ, ਇਹ ਜੋ ਤਿੰਨੋਂ ਦੇਸ਼ ਹੈਗੇ ਇਹ ਤਿੰਨੋਂ ਹੀ ਭਾਰਤ ਤੋਂ ਵੱਡੇ ਹੈਗੇ, ਠੀਕ ਹੈ ਜੀ। ਅਕੋਰਡਿੰਗ ਟੂ ਜੇਕਰ ਏਰੀਆ ਵੇਖਿਆ ਜਾਵੇ ਤਾਂ ਇਹ ਤਿੰਨੋਂ ਹੀ ਦੇਸ਼ ਭਾਰਤ ਤੋਂ ਵੱਡੇ ਹੈਗੇ, ਤਾਂ ਇਹਦੇ ਲਈ ਬੇਟਾ ਜਿਹੜੀ ਸਾਡੀ 4th ਆਪਸ਼ਨ ਹੈ ਡੀ ਆਪਸ਼ਨ ਹੈਗੀ ਉਹ ਕਰੈਕਟ ਆ ਜਾਏਗੀ। ਹਾਂਜੀ ਕੁਐਸਚਨ ਨੰਬਰ 13, the Indus Basin is situated in the state of, ਹਾਂਜੀ the Indus Basin is situated in the state of, ਹਾਂਜੀ ਕਿਹੜੇ ਰਾਜ ਦੇ ਵਿੱਚ ਹੈ ਬੇਟਾ, ਤਾਂ ਇਹ ਆ ਜਾਏਗੀ ਬੇਟਾ ਜੰਮੂ ਐਂਡ ਕਸ਼ਮੀਰ। ਕੁਐਸਚਨ ਨੰਬਰ 14,
In which of the following water bodies are Lakshadweep Island situated? ਹਾਂਜੀ ਬੇਟਾ, ਹੇਠ ਜਿਹੜੇ ਜਲ ਸਰੋਤ ਹੈਗੇ ਉਹਨਾਂ ਦੇ ਵਿੱਚ ਲਕਸ਼ਦੀਪ ਜਿਹੜਾ ਦੀਪ ਸਮੂਹ ਹੈ ਉਹ ਸਥਿਤ ਹੈ। ਠੀਕ ਹੈ, ਤਾਂ ਕਿਹੜਾ ਜਗ੍ਹਾ ਬੇਟਾ ਲਕਸ਼ਦੀਪ ਕਿਹੜੇ ਮਹਾਸਾਗਰ ਦੇ ਵਿੱਚ ਹੈਗਾ? ਅਰੇਬੀਅਨ ਸੀ ਦੇ ਵਿੱਚ, ਅਰਬ ਸਾਗਰ ਦੇ ਵਿੱਚ। Question number 16. How much of the total geographical area of world does India account for? ਹਾਂਜੀ ਬੇਟਾ, ਸੰਸਾਰ ਦਾ ਜੋ ਪੂਰਾ ਭੂਗੋਲਿਕ ਖੇਤਰ ਹੈਗਾ ਉਸ ਦਾ ਭਾਰਤ ਨੇ ਕਿੰਨੇ % ਭਾਗ ਘੇਰਿਆ ਹੈਗਾ? ਤਾਂ ਕਿੰਨੇ % ਘੇਰਿਆ ਬੇਟਾ? ਥਰਡ ਆਪਸ਼ਨ ਇਹਦੇ ਲਈ ਕਰੈਕਟ ਹੈ, 2.4%। ਠੀਕ ਹੈ, 2.4%। Question number 17. With which country does India share its northern boundary? ਠੀਕ ਹੈ, ਉਹ ਕਿਹੜਾ ਦੇਸ਼ ਹੈ ਜਿਸ ਨਾਲ ਭਾਰਤ ਆਪਣੀ ਉੱਤਰੀ ਸੀਮਾ ਸਾਂਝੀ ਕਰਦਾ ਹੈਗਾ? ਨਾਰਥਰਨ ਮੀਨਸ ਉੱਤਰੀ ਜਿਹੜੀ ਸੀਮਾ ਹੈਗੀ ਉਹ ਸਾਂਝੀ ਕਰਦਾ ਹੈਗਾ। ਹਾਂਜੀ ਬੇਟਾ, ਤਾਂ ਕਿਹੜਾ ਹੈਗਾ ਬੇਟਾ? ਉਹ ਚਾਈਨਾ। ਠੀਕ ਹੈ, ਭਾਰਤ ਕਿਹੜੇ ਦੇਸ਼ ਨਾਲ ਆਪਣੀ ਉੱਤਰੀ ਸੀਮਾ ਸਾਂਝੀ ਕਰਦਾ ਬੇਟਾ? ਚਾਈਨਾ ਦੇ ਨਾਲ। ਕੁਐਸਚਨ ਨੰਬਰ 18. ਵਟ ਇਜ਼ ਅੰਡਰਸਟੂਡ ਬਾਏ ਦਾ ਟਰਮ ਦੁਬਾਬ? ਠੀਕ ਹੈ, ਜੋ ਇੱਕ ਟਰਮ ਹੈਗੀ ਦੁਬਾਬ, ਉਸ ਤੋਂ ਕੀ ਸਮਝਿਆ ਜਾਂਦਾ ਜਾਂ ਉਸ ਤੋਂ ਕੀ ਭਾਵ ਹੈ? ਹਾਂਜੀ ਬੇਟਾ, ਦੁਆਬ ਦਾ ਮਤਲਬ ਹੁੰਦਾ ਹੈਗਾ, ਪੰਜਾਬੀ ਦੇ ਵਿੱਚ ਇਹਨੂੰ ਆਪਾਂ ਲਿਖਦੇ ਹਾਂ ਦੁਆਬ। ਠੀਕ ਹੈ, ਦੋ ਦਾ ਮਤਲਬ ਦੋ, ਆਬ ਦਾ ਮਤਲਬ ਹੁੰਦਾ ਪਾਣੀ, ਯਾਨੀ ਕਿ ਦੋ ਦਰਿਆਵਾਂ ਦੇ ਜਾਂ ਦੋ ਸਾਗਰਾਂ ਦੇ ਵਿਚਕਾਰ ਦਾ ਜਿਹੜਾ ਖੇਤਰ ਹੁੰਦਾ ਹੈਗਾ ਉਸਨੂੰ ਦੁਆਬ ਕਹਿੰਦੇ ਹੈਗੇ। ਅਤੇ ਇਹਦੇ ਲਈ ਬੇਟਾ ਦੇਖੋ ਕਿਹੜੀ ਆਪਸ਼ਨ ਸਹੀ ਆ ਜਾਏਗੀ? ਸੈਕਿੰਡ ਆਪਸ਼ਨ ਇਹਦੇ ਲਈ ਕਰੈਕਟ ਹੈ, ਦ ਰੀਜਨ ਔਰ ਪਲੇਨ ਲਾਈਂਗ ਬਿਟਵੀਨ ਟੂ ਰਿਵਰਸ। ਠੀਕ ਹੈ, ਉਹ ਖੇਤਰ ਜਾਂ ਮੈਦਾਨ ਜੋ ਦੋ ਦਰਿਆਵਾਂ ਦੇ ਵਿਚਕਾਰ ਆਉਂਦਾ ਹੈਗਾ ਉਸਨੂੰ ਆਪਾਂ ਕੀ ਕਹਿੰਦੇ ਹੈਗੇ? ਦੁਆਬ। ਕੁਐਸਚਨ ਨੰਬਰ 19. ਵਿਚ ਵੈਲੀ ਇਜ਼ ਕਾਲਡ ਦਾ ਪੈਰਾਡਾਈਜ਼ ਔਨ ਅਰਥ? ਹਾਂਜੀ ਬੇਟਾ, ਉਹ ਕਿਹੜੀ ਵੈਲੀ ਹੈ, ਕਿਹੜੀ ਘਾਟੀ ਹੈ ਜਿਸ ਨੂੰ ਦਾ ਪੈਰਾਡਾਈਜ਼ ਔਨ ਅਰਥ ਕਿਹਾ ਜਾਂਦਾ ਹੈਗਾ? ਹਾਂਜੀ ਬੇਟਾ, ਤਾਂ ਕਿਹੜੀ ਵੈਲੀ ਹੈਗੀ? ਉਹ ਆ ਜਾਏਗੀ ਦਾ ਕਸ਼ਮੀਰ ਵੈਲੀ। ਠੀਕ ਹੈ, ਪੈਰਾਡਾਈਜ਼ ਮੀਨਸ ਸਵਰਗ ਹੈ ਨਾ। ਕੁਐਸਚਨ ਨੰਬਰ 20. ਵਿਚ ਇਜ਼ ਆਰ ਦਾ ਟ੍ਰਿਬਿਊਟਰੀਜ਼ ਆਫ ਦਾ ਗੰਗਾ? ਹਾਂਜੀ ਬੇਟਾ, ਗੰਗਾ ਦੀਆਂ ਕਿਹੜੀਆਂ ਸਹਾਇਕ ਨਦੀਆਂ ਨੇ? ਹਾਂਜੀ, ਦਾ ਘੱਗਰ, ਦਾ ਗੋਮਤੀ, ਦਾ ਗੰਡਕ, ਆਲ ਆਫ ਦਾ ਅਬਬ। ਹਾਂਜੀ ਬੇਟਾ, ਇਹਦੇ ਲਈ ਜਿਹੜੀ ਫੋਰਥ ਆਪਸ਼ਨ ਹੈ ਕਰੈਕਟ ਹੈ, ਇਹ ਤਿੰਨੋਂ ਹੀ ਗੰਗਾ ਦੀਆਂ ਟ੍ਰਿਬਿਊਟਰੀਜ਼ ਨੇ, ਗੰਗਾ ਦੀਆਂ ਸਹਾਇਕ ਨਦੀਆਂ ਨੇ। ਕੁਐਸਚਨ ਨੰਬਰ 21. ਹਾਊ ਡਜ਼ ਇੰਡੀਆ ਸਟੈਂਡ ਅਪਾਰਟ ਫਰੋਮ ਰੈਸਟ ਆਫ ਏਸ਼ੀਆ? ਹਾਂਜੀ ਬੇਟਾ, ਤਾਂ ਇਹਦੇ ਲਈ ਕਰੈਕਟ ਆਪਸ਼ਨ ਕਿਹੜੀ ਆ ਜਾਏਗੀ ਸਾਡੀ? ਫਸਟ ਇਹਦੇ ਲਈ ਕਰੈਕਟ ਹੈ, ਬਿਕੋਜ਼ ਆਫ ਬੀਇੰਗ ਸੈਪਰੇਟਡ ਫਰੋਮ ਰੈਸਟ ਆਫ ਏਸ਼ੀਆ ਬਾਏ ਦਾ ਹਿਮਾਲਿਆਸ। ਠੀਕ ਹੈ, ਭਾਰਤ ਨੂੰ ਏਸ਼ੀਆ ਤੋਂ ਵੱਖ ਕਰਨ ਵਾਲਾ ਕਿਹੜਾ ਗਾ? ਹਿਮਾਲਿਆ। ਠੀਕ ਹੈ, ਹਿਮਾਲਿਆ ਪਰਬਤ ਦੁਆਰਾ ਭਾਰਤ ਏਸ਼ੀਆ ਤੋਂ ਵੱਖ ਹੋ ਜਾਂਦਾ ਹੈਗਾ। ਕੁਐਸਚਨ ਨੰਬਰ 22. ਵਾਈ ਇਜ਼ ਆ ਟਾਈਮ ਲੈਗ ਆਫ 2 ਆਵਰਸ ਫਰੋਮ ਗੁਜਰਾਤ ਟੂ ਅਰੁਣਾਚਲ ਪ੍ਰਦੇਸ਼? ਠੀਕ ਹੈ, ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਵਿਚਕਾਰ ਜੋ 2 ਘੰਟੇ ਦਾ ਅੰਤਰ ਹੈ ਉਹਦਾ ਕੀ ਕਾਰਨ ਹੈ, ਕਿਉਂ ਹੁੰਦਾ ਗਾ ਉਹ? ਹਾਂਜੀ ਬੇਟਾ, ਬਿਕੋਜ਼ ਆਫ ਇੰਡੀਆਜ਼ ਈਸਟ ਵੈਸਟ ਐਕਸਟੈਂਟ, because of India's north-south extent, because of India's proximity to oceans, because of India's land mass। ਹਾਂਜੀ ਬੇਟਾ, ਤਾਂ ਇਹਦੇ ਲਈ ਜਿਹੜੀ ਸਾਡੀ ਕਰੈਕਟ ਆਪਸ਼ਨ ਹੈਗੀ ਉਹ ਫਸਟ ਆ ਜਾਏਗੀ, ਬਿਕੋਜ਼ ਆਫ ਇੰਡੀਆਜ਼ ਈਸਟ ਵੈਸਟ ਐਕਸਟੈਂਟ। ਠੀਕ ਹੈ, ਭਾਰਤ ਦੇ ਜੋ ਇੰਡੀਆ ਦਾ ਈਸਟਰਨ ਪੁਆਇੰਟ ਹੈਗਾ ਉਸ ਤੋਂ ਵੈਸਟਰਨ ਪੁਆਇੰਟ ਤੱਕ ਅਪਰੋਕਸੀਮੇਟਲੀ 30 ਡਿਗਰੀ ਦਾ ਜਿਹੜਾ ਡਿਫਰੈਂਸ ਹੈਗਾ ਉਹ ਪਾਇਆ ਜਾਂਦਾ ਹੈਗਾ। ਠੀਕ ਹੈ, ਅਤੇ ਹਰ ਇੱਕ ਜਦੋਂ ਡਿਗਰੀ ਸਨ ਦੇ ਸਾਹਮਣੋਂ, ਸੂਰਜ ਦੇ ਸਾਹਮਣੋਂ ਕ੍ਰੋਸ ਕਰਦੀ ਹੈਗੀ ਤਾਂ ਉਸ ਨੂੰ 4 ਮਿੰਟ ਦਾ ਸਮਾਂ ਲੱਗਦਾ ਹੈਗਾ, ਯਾਨੀ ਕਿ 30 ਮਲਟੀਪਲਾਈ 4 120 ਮਿੰਟ ਹੋ ਗਏ, ਯਾਨੀ ਕਿ 2 ਆਵਰਸ ਦਾ ਈਸਟ ਔਰ ਵੈਸਟ ਦੇ ਟਾਈਮ ਦੇ ਵਿੱਚ ਡਿਫਰੈਂਸ ਹੈਗਾ। ਹਾਂਜੀ ਬੇਟਾ, ਕੁਐਸਚਨ ਨੰਬਰ 23. ਹਾਊ ਡਜ਼ ਇੰਡੀਆ ਆਕੂਪਾਈ ਐਨ ਇੰਪੋਰਟੈਂਟ ਸਟ੍ਰੈਟੇਜਿਕ ਪੋਜੀਸ਼ਨ ਇਨ ਸਾਊਥ ਏਸ਼ੀਆ?
हाँ जी बेटा, ਇਹਦੇ ਲਈ ਫਸਟ ਆਪਸ਼ਨ ਕਰੈਕਟ ਹੈਗੀ, ਡਿਊ ਟੂ ਬੀਇੰਗ ਸਿਚੁਏਟਡ ਔਨ ਦ ਹੈਡ ਆਫ ਦ ਇੰਡੀਅਨ ਓਸ਼ਨ। हाँ जी बेटा, क्वेश्चन नंबर 24, एट विच पैरल ऑफ लैटिट्यूड डज इंडिया बिगन टू टेपर टूवर्ड्स साउथ। हाँ जी बेटा, ਇਹਦੇ ਲਈ ਸੈਕਿੰਡ ਆਪਸ਼ਨ ਕਰੈਕਟ ਹੈ 20 डिग्री नॉर्थ। क्वेश्चन नंबर 25, विच इज़ द नेम ऑफ मेजर रिवर ऑफ पेनिसुलर इंडिया। हाँ जी बेटा, जो ਭਾਰਤ ਦਾ ਕਹਿ ਸਕਦੇ ਪ੍ਰਾਇਦੀਪੀ ਪਠਾਰ ਹੈਗੀ, ਉਸ ਦੀ ਸਭ ਤੋਂ ਮਹੱਤਵਪੂਰਨ ਜਾਂ ਵੱਡੀ ਨਦੀ ਕਿਹੜੀ ਹੈਗੀ। हाँ जी बेटा, ਕਿਹੜੀ ਹੈ ਇਹਨਾਂ ਦੇ ਵਿੱਚੋਂ। ਦ ਨਰਮਦਾ, ਠੀਕ ਹੈ, ਨਰਮਦਾ ਨਦੀ ਹੈਗੀ ਜਿਹੜੀ ਇਹ ਮੇਜਰ ਨਦੀ ਹੈਗੀ। क्वेश्चन नंबर 26, विच रिवर ऑफ इंडिया फ्लो इन रिफ्ट वैलीज। हाँ जी बेटा, ਇਹਦੇ ਲਈ फोर्थ ऑप्शन करैक्ट है, द नर्मदा, द कावेरी, तापी रिवर्स all are flows in rift valleys। क्वेश्चन नंबर 27, which coast is known for its backwaters। ठीक है, हाँ जी बेटा, ਇਹਦੇ ਲਈ जो करैक्ट ऑप्शन हैगी वो हैगी फर्स्ट, द मालाबार कोस्ट इन केरला। क्वेश्चन नंबर 28, विच इज़ आर द मेन फिजिकल फीचर ऑफ द नॉर्थ प्लैन। हाँ जी बेटा, ਇਹਨਾਂ ਦੇ ਵਿੱਚੋਂ ਜਿਹੜੇ ਉੱਤਰੀ ਭਾਰਤ ਦੇ ਮੈਦਾਨ ਨੇ ਉਹਨਾਂ ਦੀ ਜਿਹੜੀ ਭੂਗੋਲਿਕ ਕੀ ਖਾਸੀਅਤ ਹੈਗੀ। ਬੱਬਰ, ਤਰਾਈ, ਬੰਗਰ, ਆਲ ਆਫ ਦ ਅਬਵ। ਤਾਂ ਇਹਦੇ ਲਈ ਬੇਟਾ फोर्थ ਆਪਸ਼ਨ ਕਰੈਕਟ ਹੈਗੀ, ਇਹ ਤਿੰਨੋਂ ਹੀ ਜਿਹੜੇ ਨਾਰਥਰਨ ਪਲੈਨ ਨੇ ਉਹਨਾਂ ਦੀ ਖਾਸੀਅਤ ਹੈਗੀ। क्वेश्चन नंबर 29, नॉर्थन प्लैन सब डिवाइड इनटू, जो उत्तरी मैदान ने वो अगे किन्ने भागों च वंडे हुए हैगे। हाँ जी, द इंडस बेसिन, द गंगा बेसिन, द ब्रह्मपुत्र वैली, ऑल ऑफ द अबव। तो ये बेटा फोर्थ ऑप्शन करैक्ट आ जाएगी, ये सारे दे विच जिहड़े उत्तरी मैदान ने वो वंडे हुए हैगे। क्वेश्चन नंबर 30, नेम एनी 3 कंट्रीज लार्जर दैन इंडिया। ਭਾਰਤ ਤੋਂ ਵੱਡੇ ਜਿਹੜੇ 3 ਦੇਸ਼ ਹੈਗੇ ਉਹਨਾਂ ਦੇ ਨਾਮ ਦੱਸਣੇ ਆਪਾਂ, ਰਸ਼ੀਆ, ਬ੍ਰਾਜ਼ੀਲ, ਚਾਈਨਾ, ਆਲ ਆਫ ਦਾ ਅਬਵ। ਤਾਂ ਇਹਦੇ ਲਈ ਬੇਟਾ ਜਿਹੜੀ फोर्थ ਆਪਸ਼ਨ ਹੈਗੀ ਉਹ ਕਰੈਕਟ ਆ ਜਾਏਗੀ, ਤਿੰਨੋਂ ਹੀ ਕੰਟਰੀਜ਼, ਤਿੰਨੋਂ ਹੀ ਦੇਸ਼ ਭਾਰਤ ਤੋਂ ਲਾਰਜਰ ਹੈਗੇ, ਵੱਡੇ ਹੈਗੇ। क्वेश्चन नंबर 32, विच स्टेट शेयर द ड्रेनेज ऑफ द महानदी। हाँ जी बेटा, जो छत्तीसगढ़, झारखंड, उड़ीसा, ऑल ऑफ द अबव। ਇਹਦੇ ਲਈ बेटा फोर्थ ऑप्शन करैक्ट हैगी, छत्तीसगढ़, उड़ीसा, झारखंड, ये तीनों। क्वेश्चन नंबर 33, द ट्रॉपिक ऑफ कैंसर डज नॉट पास थ्रू। जो ਭਾਰਤ ਦੇ ਵਿੱਚ ਕਰਕ ਰੇਖਾ ਗੁਜ਼ਰਦੀ ਹੈਗੀ ਉਹ ਇਹਨਾਂ ਰਾਜਾਂ ਦੇ ਵਿੱਚੋਂ ਕਿਸ ਵਿੱਚੋਂ ਨਹੀਂ ਗੁਜ਼ਰਦੀ। ਦੇਖੋ ਰਾਜਸਥਾਨ, ਹਾਂਜੀ ਇਸ ਨੂੰ ਕ੍ਰੋਸ ਕਰਦੀ ਹੈ ਨਾ, ਛੱਤੀਸਗੜ੍ਹ ਇਸ ਨੂੰ ਵੀ ਕ੍ਰੋਸ ਕਰਦੀ ਹੈ, ਠੀਕ ਹੈ, त्रिपुरा इस नूं भी क्रॉस करती है, बट जो उड़ीसा है बेटा इस नूं जी ट्रॉपिक ऑफ कैंसर हैगी वो नहीं क्रॉस करती है ना। तो ये साडी सैकेंड ऑप्शन करैक्ट आ जाएगी, द ट्रॉपिक ऑफ कैंसर डज नॉट पास थ्रू ओडिशा। क्वेश्चन नंबर 34, विच वन ऑफ द फॉलोइंग इज द साउथ मोस्ट लैटीट्यूड ऑफ इंडिया। हाँ जी, भारत का जिहड़ा दक्षिणी लैटीट्यूड हैगा वो किहड़ा है। हाँ जी बेटा 34th,
ਹਾਂਜੀ, ਇਹਦੇ ਲਈ 4th ਆਪਸ਼ਨ ਕਰੈਕਟ ਆ ਜਾਏਗੀ ਬੇਟਾ 6 डिग्री 4 मिनट नॉर्थ। क्वेश्चन नंबर 35, पाक स्ट्रेट सैपरेट्स इंडिया फ्रॉम विच कंट्री। जो पाक जल संधि है वो भारत ਨੂੰ किस देश तो ਵੱਖ करता है। हाँ जी बेटा, जो पाक स्ट्रेट है वो भारत ਨੂੰ श्रीलंका तो ਵੱਖ करता है। पाक जल संधि ਉਹ श्रीलंका ਨੂੰ ਭਾਰਤ ਤੋਂ ਵੱਖ ਕਰਦੀ। क्वेश्चन नंबर 36, which one of the following water bodies separate Sri Lanka from India। हाँ जी, which one of the following water bodies separate Sri Lanka from India। ठीक है, ਉਹ ਕਿਹੜਾ ਜਲ ਸਰੋਤ ਹੈ ਜੋ ਸ਼੍ਰੀਲੰਕਾ ਨੂੰ ਭਾਰਤ ਤੋਂ ਵੱਖ ਕਰਦਾ ਹੈ। ਹਾਂਜੀ ਬੇਟਾ, ਇਹਦੇ ਲਈ ਦੇਖੋ ਆਪਾਂ ਹੁਣੀ ਕਰਕੇ ਅਸੀਂ ਸੈਕਿੰਡ ਕਰੈਕਟ ਆ ਜਾਏਗਾ ਪਾਕ ਸਟ੍ਰੇਟ ਐਂਡ ਗਲਫ ਆਫ ਮੰਨਾ। ਠੀਕ ਹੈ। क्वेश्चन नंबर 37, which of the following neighboring countries share the longest land boundary with India। ਹਾਂਜੀ ਬੇਟਾ, ਹੇਠਾਂ ਦਿੱਤਿਆਂ ਦੇ ਵਿੱਚੋਂ ਕਿਹੜਾ ਗਵਾਂਢੀ ਦੇਸ਼ ਹੈਗਾ ਜਿਹੜਾ ਭਾਰਤ ਦੇ ਨਾਲ ਸਭ ਤੋਂ ਲੰਮੀ ਬਾਉਂਡਰੀ ਸ਼ੇਅਰ ਕਰਦਾ ਹੈਗਾ। ਠੀਕ ਹੈ, ਥਲ ਬਾਉਂਡਰੀ ਮਤਲਬ ਥਲ ਸੀਮਾ ਸਭ ਤੋਂ ਵੱਧ ਭਾਰਤ ਦੇ ਨਾਲ ਲੱਗਦੀ ਹੈਗੀ ਬੇਟਾ, ਤਾਂ ਉਹ ਕਿਹੜਾ ਆ ਜਾਏਗਾ, ਉਹ ਆ ਜਾਏਗਾ ਬੇਟਾ ਬੰਗਲਾਦੇਸ਼। ਠੀਕ ਹੈ, ਕਿਉਂਕਿ ਬੰਗਲਾਦੇਸ਼ ਦੀ ਜਿਹੜੀ ਸੀਮਾ ਹੈਗੀ ਉਹ ਭਾਰਤ ਦੇ ਨਾਲ ਥਲ ਸੀਮਾ ਸਭ ਤੋਂ ਵੱਧ ਲੱਗਦੀ ਹੈਗੀ। ਠੀਕ ਹੈ, 4096 ਕਿਲੋਮੀਟਰ। ਠੀਕ ਹੈ, ਬੰਗਲਾਦੇਸ਼ ਦੀ ਕਿੰਨੀ ਸੀਮਾ ਭਾਰਤ ਨਾਲ ਲੱਗਦੀ ਹੈਗੀ 4096 ਕਿਲੋਮੀਟਰ। ਠੀਕ ਹੈ, ਜੋ ਚਾਈਨਾ ਹੈ ਉਸ ਦੀ ਅਪਰੋਕਸੀਮੇਟਲੀ 3488 ਕਿਲੋਮੀਟਰ। ਠੀਕ ਹੈ, 3488 किलोमीटर। पाकिस्तान है जो पाकिस्तान दी है 3323 किलोमीटर। ठीक है, जो नेपाल है नेपाल दी है बेटा 1751 किलोमीटर। ठीक है, सो जो बांग्लादेश है उस दी सब तो लॉन्गेस्ट लैंड बाउंड्री इंडिया के नाल शेयर होंदी हैगी 4096 किलोमीटर। ओके बेटा, हाँ जी। नेक्स्ट क्वेश्चन 38, विच इज़ द लार्जेस्ट स्टेट इन इंडिया इन टर्म्स ऑफ एरिया। हाँ जी, भारत का खेत्रफल पक्षों देखा जाए तो सब तो वड्डा राज किहड़ा हैगा। हाँ जी बेटा, ये तो सब नूं पता होना, तो किहड़ा हैगा बेटा राजस्थान। ठीक है, इन टर्म्स ऑफ एरिया, ठीक है, लार्जेस्ट स्टेट इन इंडिया राजस्थान। ठीक है, इन टर्म्स ऑफ पॉपुलेशन दैन इंडियाज लार्जेस्ट स्टेट इज़ उत्तर प्रदेश। ठीक है बेटा, तो इसलिए साडी सैकेंड ऑप्शन इज़ करैक्ट। क्वेश्चन नंबर 39, इन टर्म्स ऑफ एरिया विच इज़ द स्मॉलेस्ट स्टेट इन इंडिया। हाँ जी बेटा, खेत्रफल पक्षों देखा जाए तो भारत का सब तो छोटा देश सॉरी छोटा राज, हाँ जी बेटा, किहड़ा आ जाएगा गोवा, है ना, खेत्रफल पक्षों गोवा। जेकर इन टर्म्स ऑफ पॉपुलेशन देखा जाता दैन इंडिया स्मॉलेस्ट स्टेट इज़ सिक्किम। ठीक है बेटा, सो इन टर्म्स ऑफ एरिया इंडिया स्मॉलेस्ट स्टेट इज़ गोवा। हाँ जी बेटा, नेक्स्ट क्वेश्चन, क्वेश्चन नंबर 40, विच कंट्री अमंग द इंडिया नाइबर इज़ द स्मॉलेस्ट। हाँ जी, भारत का वो किहड़ा गवांढी देश है जो छोटा गा, सब तो छोटा गा। हाँ जी, नेपाल, भूटान, श्रीलंका, बांग्लादेश। हाँ जी बेटा, तो इसके लिए सैकेंड ऑप्शन करैक्ट है कि भूटान। क्वेश्चन नंबर 41, विच इज़ द पोजीशन ऑफ इंडिया इन द वर्ल्ड इन रिस्पैक्ट ऑफ एरिया। हाँ जी बेटा, खेत्रफल ਦੇ ਪੱਖੋਂ ਦੇਖਿਆ ਜਾਵੇ ਤਾਂ ਭਾਰਤ ਦੀ ਸੰਸਾਰ ਦੇ ਵਿੱਚ ਕਿੰਨਵਾਂ ਸਥਾਨ ਹੈ ਭਾਰਤ ਦਾ। हाँ जी बेटा, ਇਹ ਤਾਂ ਸਭ ਨੂੰ ਆਉਂਦਾ ਹੈਗਾ, ਕਿੰਨਵਾਂ ਸਥਾਨ ਹੈਗਾ 7th ਪੋਜੀਸ਼ਨ। ਠੀਕ ਹੈ ਬੇਟਾ, ਜੇਕਰ ਸਾਨੂੰ ਇੱਥੇ ਰਿਸਪੈਕਟ ਆਫ ਪੋਪੂਲੇਸ਼ਨ ਪੁੱਛਿਆ ਜਾਂਦਾ ਫਿਰ ਸਾਡਾ ਸਥਾਨ ਸੀ ਬੇਟਾ ਸੈਕਿੰਡ। ਠੀਕ ਹੈ, ਜਨਸੰਖਿਆ ਪੱਖੋਂ ਭਾਰਤ ਦਾ ਕਿੰਨਵਾਂ ਨੰਬਰ ਹੈਗਾ ਦੂਜਾ। ਇੱਥੇ ਸਾਨੂੰ ਖੇਤਰਫਲ ਪੱਖੋਂ ਪੁੱਛਿਆ ਸੀ, ਇਸ ਕਰਕੇ ਅਸੀਂ 7th ਪੋਜੀਸ਼ਨ 7ਵਾਂ ਸਥਾਨ ਲਗਾਏਗਾ। ਵਿਚ ਇਜ਼ ਇੰਡੀਆ ਦ ਲੌਂਗੈਸਟ ਰਿਵਰ। ਹਾਂਜੀ ਬੇਟਾ, ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ। ਹਾਂਜੀ ਬੇਟਾ, ਕਿਹੜੀ ਹੈ ਇਹਨਾਂ ਦੇ ਵਿੱਚ ਦੇਖੋ ਗੰਗਾ,
जमुना, गोदावरी, कृष्णा। हाँ जी बेटा, वेरी गुड। गंगा इज द राइट आंसर। इंडियाज लॉन्गेस्ट रिवर इज गंगा। क्वेश्चन नंबर 43, विच स्टेट इन इंडिया इज कॉल्ड द लैंड ऑफ 5 रिवर्स। हाँ जी बेटा, ਭਾਰਤ ਦੇ ਵਿੱਚੋਂ ਕਿਹੜਾ ਰਾਜ ਹੈਗਾ ਜਿਸ ਨੂੰ 5 ਨਦੀਆਂ ਦੀ ਧਰਤੀ ਕਿਹਾ ਜਾਂਦਾ ਹੈ, 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈਗਾ? ਤਾਂ ਬੇਟਾ ਉਹ ਕਿਹੜਾ ਸਟੇਟ ਹੈਗਾ? ਪੰਜਾਬ, ਹੈ ਨਾ। ਤਾਂ ਪੰਜਾਬ ਦੇ ਵਿੱਚ 5 ਦਰਿਆ ਸੀ ਜਿਹੜੇ ਵਗਦੇ ਸੀ, 5 ਰਿਵਰਸ, ਠੀਕ ਹੈ। ਰਵੀ, ਬਿਆਸ, ਸਤਲੁਜ, ਚਨਾਬ ਐਂਡ ਜ਼ੇਲਮ। Question number 44, in which state of India is the Thar Desert primarily located? ਭਾਰਤ ਦਾ ਉਹ ਕਿਹੜਾ ਰਾਜ ਹੈ ਜਿੱਥੇ ਥਾਰ ਦਾ ਮਾਰੂਥਲ ਹੈ? ਹਾਂਜੀ ਬੇਟਾ, ਗੁਜਰਾਤ, ਹਰਿਆਣਾ, ਪੰਜਾਬ ਐਂਡ ਰਾਜਸਥਾਨ। ਤਾਂ ਥਾਰ ਦਾ ਮਾਰੂਥਲ ਕਿੱਥੇ ਸਥਿਤ ਹੈ ਬੇਟਾ? ਕਿੱਥੇ ਲੋਕੇਟਡ ਹੈ? ਰਾਜਸਥਾਨ ਦੇ ਵਿੱਚ। ਕੁਐਸਚਨ ਨੰਬਰ 45, ਦ ਟ੍ਰੋਪਿਕ ਆਫ ਕੈਂਸਰ ਪਾਸਿਸ ਥਰੂ ਦ ਸਟੇਟ। ਹਾਂਜੀ ਬੇਟਾ, ਦੱਸਣਾ ਹੈਗਾ ਜੋ ਟ੍ਰੋਪਿਕ ਆਫ ਕੈਂਸਰ ਹੈ, ਕਰਕ ਰੇਖ ਹੈਗੀ, ਉਹ ਕਿਹੜੇ ਕਿਹੜੇ ਰਾਜਾਂ ਦੇ ਵਿੱਚੋਂ ਗੁਜ਼ਰਦੀ ਹੈ? ਦੇਖੋ, ਗੁਜਰਾਤ, ਬਿਹਾਰ, ਅਸਾਮ, ਮਿਜ਼ੋਰਮ। ਹਾਂਜੀ ਬੇਟਾ, ਤਾਂ ਜਿਹੜੀ ਸਾਡੀ ਰਾਈਟ ਆਪਸ਼ਨ ਹੈਗੀ ਉਹ ਆ ਜਾਏਗੀ, ਦੇਖੋ ਗੁਜਰਾਤ ਦੇ ਵਿੱਚੋਂ ਗੁਜ਼ਰਦੀ ਹੈ, ਬਿਹਾਰ ਦੇ ਵਿੱਚੋਂ ਵੀ ਗੁਜ਼ਰਦੀ ਹੈ, ਠੀਕ ਹੈ, ਮਿਜ਼ੋਰਮ ਦੇ ਵਿੱਚੋਂ ਵੀ ਗੁਜ਼ਰਦੀ ਹੈ, ਬਟ ਅਸਾਮ ਦੇ ਵਿੱਚੋਂ ਨਹੀਂ ਗੁਜ਼ਰਦੀ। ਤਾਂ ਇਹਦਾ ਮਤਲਬ 45 ਦੇ ਲਈ ਜਿਹੜੀ ਸਾਡੀ ਫਸਟ ਆਪਸ਼ਨ ਹੈਗੀ ਉਹ ਕਰੈਕਟ ਆ ਜਾਏਗੀ, A, B ਔਰ D। Question number 46, the latitude of a place express its angular position relative to the place of। हाँ जी बेटा, 46 ਦੇ ਜਿਹੜਾ ਸਾਡਾ ਫਸਟ ਆ ਜਾਏਗਾ ਉਹ ਆ ਜਾਏਗਾ axis of the earth। Question number 47, which of the following best describes longitude? हाँ जी बेटा, ਹੇਠ ਲਿਖਿਆਂ ਦੇ ਵਿੱਚੋਂ ਜਿਹੜਾ ਲੌਂਗੀਟਿਊਡ ਹੈਗਾ ਉਸ ਨੂੰ ਕਿਹੜਾ ਜਿਹੜਾ ਪੁਆਇੰਟ ਹੈਗਾ ਉਹ ਐਕਸਪਲੇਨ ਕਰਦਾ ਹੈਗਾ, ਚੰਗੀ ਤਰ੍ਹਾਂ ਉਹਦੀ ਵਿਆਖਿਆ ਕਰਦਾ ਹੈਗਾ? ਐਨ ਇਮੇਜਨਰੀ ਲਾਈਨ ਜੁਆਇਨਿੰਗ ਨਾਰਥ ਐਂਡ ਸਾਊਥ ਪੋਲ, ਦ ਡਿਸਟੈਂਸ ਬਿਟਵੀਨ ਅ ਪਲੇਸ ਈਸਟ ਔਰ ਵੈਸਟ ਆਫ ਦ ਗ੍ਰੀਨਿਚ ਮੈਰੀਡੀਅਨ, ਦ ਐਂਗੂਲਰ ਡਿਸਟੈਂਸ ਈਸਟ ਔਰ ਵੈਸਟ ਆਫ ਦ ਗ੍ਰੀਨਿਚ ਮੈਰੀਡੀਅਨ, the position of a place on earth's surface with the reference to the prime meridian। ਤਾਂ ਇਹਦੇ ਲਈ ਬੇਟਾ ਜਿਹੜੀ ਸਾਡੀ ਥਰਡ ਆਪਸ਼ਨ ਹੈ ਉਹ ਕਰੈਕਟ ਹੈਗੀ, ਦ ਐਂਗੂਲਰ ਡਿਸਟੈਂਸ ਈਸਟ ਔਰ ਵੈਸਟ ਆਫ ਦ ਗ੍ਰੀਨਿਚ ਮੈਰੀਡੀਅਨ। ਹਾਂਜੀ ਬੇਟਾ, ਕੁਐਸਚਨ ਆਫ 48, ਸਟੱਡੀ ਦਾ ਡਾਇਗਰਾਮ ਐਂਡ ਆਈਡੈਂਟੀਫਾਈ ਦਾ ਮਾਰਕਡ ਏਰੀਆ। ਕਹਿੰਦੇ ਜੋ ਡਾਇਗਰਾਮ ਹੈ ਇਸ ਨੂੰ ਸਟੱਡੀ ਕਰੋ ਅਤੇ ਇਹ ਜੋ ਮਾਰਕਡ ਏਰੀਆ ਹੈਗੇ ਇਹਨਾਂ ਦੇ ਆਪਾਂ ਨੇਮ ਦੱਸਣੇ ਹੈਗੇ। ਹਾਂਜੀ ਬੇਟਾ, ਦੇਖੋ ਜੋ ਫਸਟ ਹੈ, ਦੇਖੋ ਟ੍ਰੋਪਿਕ ਆਫ ਕੈਂਸਰ ਹੈ ਸਾਡੇ ਕੋਲ, ਟ੍ਰੋਪਿਕ ਆਫ ਕੈਪਰੀਕॉन ਵੀ ਹੈ ਨਾ, ਤਾਂ ਜੋ ਇਹ ਵਾਲੇ ਹੈਗੇ ਇਹਨਾਂ ਦੇ ਆਪਾਂ ਨੇਮ ਦੱਸਣੇ ਹੈਗੇ, ਠੀਕ ਹੈ। ਜੋ ਇਹ ਵਾਲਾ ਹੈਗਾ ਇਸ ਦਾ ਕੀ ਨਾਮ ਆ ਜਾਏਗਾ ਬੇਟਾ? ਇਕੁਏਟਰ, ਹੈ ਨਾ। ਕੀ ਆ ਜਾਏਗਾ ਬੇਟਾ? ਇਕੁਏਟਰ ਜੋ ਇਹ ਹੈ ਨਾ, मतलब ਭੂਮਧ ਰੇਖਾ। ਜੋ ਇਹ ਵਾਲਾ ਸਰਕਲ ਹੈ ਇਹ ਅੰਟਾਰਕਟਿਕ ਸਰਕਲ ਆ ਜਾਏਗਾ, ਔਰ ਜੋ ਇਹ ਵਾਲਾ ਸਰਕਲ ਹੈ ਇਹ ਆਰਕਟਿਕ ਸਰਕਲ ਆ ਜਾਏਗਾ, ਠੀਕ ਹੈ। ਔਰ ਜੋ ਇਹ ਸੈਂਟਰ ਦੇ ਵਿੱਚ ਹੈ ਇਹ ਇਕੁਏਟਰ, ਯਾਨੀ ਕਿ 0 ਡਿਗਰੀ ਭੂਮਧ ਰੇਖਾ। ਹਾਂਜੀ ਬੇਟਾ, ਕੁਐਸਚਨ ਨੰਬਰ 49, ਵਿਚ ਆਫ ਦ ਫੋਲੋਇੰਗ ਇਜ਼ ਆਰ ਟਰੂ ਆਫ ਫੋਲਡ ਮਾਊਂਟੇਨ। ਹਾਂਜੀ ਬੇਟਾ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਤੱਥ ਜਿਹੜੀਆਂ ਫੋਲਡ ਮਾਊਂਟੇਨਸ ਨੇ ਉਹਨਾਂ ਦੇ ਨਾਲ ਸੰਬੰਧਿਤ ਸਹੀ ਹੈ? ਦੇ ਆਰ ਆਫਨ ਫਾਊਂਡ ਨੈਕਸਟ ਟੂ ਅ ਸਟੇਬਲ ਏਰੀਆ ਆਫ ਓਲਡ crystalline rocks, they have a core of metamorphic and igneous rocks, they have rough peaks often covered with snow and ice। ਤਾਂ ਬੇਟਾ ਇਹਦੇ ਲਈ ਤਿੰਨੋਂ ਆ ਜਿਹੜੇ ਹੈਗੇ ਉਹ ਕਰੈਕਟ ਹੈਗੇ। ਫੋਰਥ ਆਪਸ਼ਨ ਇਹਦੇ ਲਈ ਕਰੈਕਟ ਆ ਜਾਏਗੀ, ਆਲ ਆਫ ਦਾ ਅਬਵ। ਹਾਂਜੀ ਬੇਟਾ, ਆਪਾਂ ਇਸ ਲੈਕਚਰ ਦੇ ਵਿੱਚ 49 ਜਿਹੜੇ ਕੁਐਸਚਨ ਹੈਗੇ ਉਹ ਕੀਤੇ ਹੈਗੇ, ਠੀਕ ਹੈ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈਗੇ, ਤੁਸੀਂ ਇੱਕ ਵਾਰ ਫੇਰ ਚਾਹੇ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ, ਵੇਖ ਲਿਓ, ਕਿਉਂਕਿ ਇੰਗਲਿਸ਼ ਦੇ ਵਿੱਚ ਹੈਗੇ, ਤਾਂ ਜਿਹੜੇ ਬੱਚੇ ਪੰਜਾਬੀ ਮੀਡੀਅਮ ਵਾਲੇ ਹੈਗੇ ਉਹ ਦੁਬਾਰਾ ਫੇਰ ਸੁਣ ਲੈਣ ਇਹਨੂੰ, ਤਾਂ ਜੋ ਉਹਨਾਂ ਦੇ ਜਿਹੜੇ ਕੁਐਸਚਨ ਹੈਗੇ ਚੰਗੀ ਤਰ੍ਹਾਂ ਸਮਝ, ਠੀਕ ਹੈ ਬੇਟਾ। ਆਪਾਂ ਨੈਕਸਟ ਮਿਲਾਂਗੇ
ਨੈਕਸਟ ਆਪਣੇ ਚੈਪਟਰਸ ਦੇ ਨਾਲ। ਤਦ ਤੱਕ ਦੇ ਲਈ ਗੁੱਡ ਬਾਏ।